हाँ जी स्टूडेंट्स, सत श्री अकाल सबनू। आई सोनिया अरोड़ा वेलकम यू ऑल ऑन दिस प्लेटफॉर्म। टुडे वी आर गोइंग टू स्टार्ट वोकैबुलरी सैशन 6। इस तो पहला गाइस ਅਸੀਂ 6 ਕਲਾसेस 5 ਕਲਾसेस ਕਰ ਚੁੱਕੇ ਹਾਂ ਵੋਕੈਬੁਲਰੀ ਦੀ, ਜੋ ਸਾਡੇ ਆਉਣ ਵਾਲੇ ਪੰਜਾਬ ਐਗਜ਼ਾਮਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਐਦਾਂ ਨਹੀਂ ਹੈ ਕਿ ਕੋਈ ਵੀ ਰੈਂਡਮਲੀ ਵਰਡ ਕਿਤੋਂ ਵੀ ਉਠਾ ਕੇ ਆਪਾਂ ਤੁਹਾਨੂੰ ਕਰਵਾਉਣੇ ਸ਼ੁਰੂ ਕਰ ਦਾਂਗੇ, ਉਹ ਮਤਲਬ ਹੀ ਨਹੀਂ ਹੈ। ਜਿੱਦਾਂ ਕਿ ਹੁਣੇ ਲੇਟੈਸਟ ਪੀਐਸਪੀਸੀਐਲ ਮੇਨਸ ਦਾ ਐਗਜ਼ਾਮ ਹੋਇਆ ਤਾਂ ਸਟੂडेंट्स ਦਾ ਇਹੀ ਫੀਡਬੈਕ ਰਿਹਾ ਕਿ ਨਹੀਂ ਮੈਮ ਵੋਕੈਬੁਲਰੀ ਆਉਂਦੀ ਸੀ ਸਾਨੂੰ, ਠੀਕ ਹੈ। ਸੋ ਜੇ ਅੱਛਾ ਸਕੋਰ ਕਰਨਾ ਹੈ ਗ੍ਰਾਮਰ ਦੇ ਨਾਲ ਨਾਲ ਵੋਕੈਬੁਲਰੀ ਤੇ ਵੀ ਸਾਨੂੰ ਥੋੜਾ ਕੰਮ ਕਰਨਾ ਪਊਗਾ। ਇਹਨਾਂ ਵਰਡਸ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੈਕਸਿਮਮ ਸਟੂडेंट्स ਨੂੰ ਥੋੜਾ ਲਿੰਕਸ ਬਣਾ ਕੇ, ਥੋੜਾ ਸ਼ਾਰਟਕਟ ਲਗਾ ਕੇ ਕੁਝ ਵਰਡ ਐਦਾਂ ਹੀ ਯਾਦ ਕਰਾਏ ਜਾਣ, ਠੀਕ ਹੈ। ਸੋ ਹਰ ਇੱਕ ਵਰਡ ਦਾ ਕੋਈ ਨਿਮੋਨਿਕ ਨਹੀਂ ਹੁੰਦਾ, ਹਰ ਇੱਕ ਵਰਡ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ। ਸੋ ਕੋਸ਼ਿਸ਼ ਕਰਦੇ ਹਾਂ ਕਿ ਵਰਡਸ ਨੂੰ ਯਾਦ ਰੱਖੋ। ਇਸ ਤੋਂ ਪਹਿਲਾਂ ਵਾਲੀ ਜਿੱਦੀ ਵੋਕੈਬੁਲਰੀ ਦੀ ਕਲਾਸਿਸ ਰਹੀ ਹੈ ਤਾਂ ਉਹ ਤੁਹਾਨੂੰ ਨਹੀਂ ਭੁੱਲਣੇ ਚਾਹੀਦੇ। ਜੇ ਅੱਜ ਡੇ 6 ਸ਼ੁਰੂ ਕਰ ਰਹੇ ਹੋ ਤਾਂ ਦੈਟ ਮੀਨ ਡੇ 5 ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਕਲੀਅਰ। ਸੋ ਨਵੇਂ ਵਰਡਸ ਕਰਦੇ ਹਾਂ ਅੱਜ ਦੇ ਸੈਸ਼ਨ ਚ ਐਂਡ ਮੋਰਓਵਰ ਇਸ ਤਰ੍ਹਾਂ ਦੀ ਵੋਕੈਬੁਲਰੀ ਦੀ ਸੀਰੀਜ਼ ਨਾਲ ਦੇਖਣਾ ਇੱਕ ਕਲਾਸ ਦੇ ਅੰਦਰ ਤੁਹਾਡੇ ਕੋਲ ਅਰਾਊਂਡ 20 ਤੋਂ 25 ਵਰਡਸ ਆ ਜਾਂਦੇ ਆ। 20 to 25 ਵਰਡਸ ਤੁਹਾਡੇ ਕੋਲ ਵੋਕੈਬੁਲਰੀ ਦੇ ਇਕੱਠੇ ਹੋ ਜਾਂਦੇ ਆ ਸ਼ਾਰਟਕਟ ਲਗਾ ਕੇ, ਲਿੰਕ ਬਣਾ ਕੇ। ਸੋ ਇਹਨਾਂ ਨੂੰ ਰਿਵਾਈਜ਼ ਕਰਦੇ ਜਾਓ। ਐਗਜ਼ਾਮ ਚ ਪੱਕਾ ਹੀ ਤੁਹਾਨੂੰ ਇਹੀ ਵਰਡਸ ਦੇਖਣ ਨੂੰ ਮਿਲਣਗੇ, ਡੈਫੀਨੇਟਲੀ ਮਿਲਣਗੇ। ਤੇ ਫ੍ਰੀ ਦੇ ਨੰਬਰ ਹੈ। ਜਦੋਂ ਸਾਨੂੰ ਕੋਈ ਆਨਸਰ ਪਤਾ ਹੁੰਦਾ ਹੈ, ਅਗਰ ਪੜ ਰੱਖਿਆ ਹੁੰਦਾ ਤਾਂ ਸਾਨੂੰ ਐਮਸੀਕਿਊਜ਼ ਵਿੱਚੋਂ ਆਪਸ਼ਨਸ ਵਿੱਚੋਂ ਚੂਜ਼ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਇਦਾਂ ਤੇ ਬਹੁਤ ਸਾਰੇ ਵਰਡ ਹੈ, ਹਜ਼ਾਰਾਂ ਵਰਡਸ ਨੇ ਐਗਜ਼ਾਮਸ ਲਈ, ਬਟ ਜਦੋਂ ਸਾਡੇ ਹੱਥੋਂ ਨਿਕਲਿਆ ਹੁੰਦਾ ਦੋ ਤਿੰਨ ਵਾਰੀ ਵਰਡ ਤਾਂ ਅਸੀਂ ਆਪਸ਼ਨ ਟਿਕ ਕਰ ਪਾਉਂਦੇ ਹਾਂ। ਸੋ ਵੋਕੈਬੁਲਰੀ ਉੱਪਰ ਨਾਲ ਨਾਲ ਫੋਕਸ ਕਰੋ। ਗ੍ਰਾਮਰ ਤਾਂ ਆਪਾਂ ਕਰ ਹੀ ਰਹੇ ਹਾਂ, ਨਾਲ ਨਾਲ ਵੋਕੈਬੁਲਰੀ ਉੱਪਰ ਕੰਮ ਕਰੋ। ਇਹਦੇ ਨਾਲ ਕੀ ਹੋਊਗਾ, ਆਉਣ ਵਾਲੇ ਪੰਜਾਬ ਪੁਲਿਸ ਦਾ ਮੰਨ ਲਓ ਐਗਜ਼ਾਮ ਹੈ ਕੋਈ ਵੀ ਜਿਹਦੇ ਚ ਟ੍ਰਾਂਸਲੇਸ਼ਨ ਆਉਂਦੀ ਹੈ, ਟ੍ਰਾਂਸਲੇਸ਼ਨ ਦਾ ਮਸਲਾ ਵੀ ਹੱਲ ਹੋਣਾ ਸ਼ੁਰੂ ਹੋ ਜਾਊਗਾ, ਠੀਕ ਹੈ। ਕੰਪਰੀਹੈਂਸ਼ਨਸ ਆਣਗੇ ਤਾਂ ਕੰਪਰੀਹੈਂਸ਼ਨਸ ਦੇ ਮਸਲਾ ਹੱਲ ਹੋਣਾ ਸ਼ੁਰੂ ਹੋ ਜਾਊਗਾ। ਸੋ ਹਰ ਇੱਕ ਤਰ੍ਹਾਂ ਦਾ ਕੁਐਸਚਨ ਸੋਲਵ ਹੋਣਾ ਸ਼ੁਰੂ ਹੋ ਜਾਊਗਾ, ਠੀਕ ਹੈ। ਤਾਂ ਚਲੋ ਵਿਦਆਊਟ ਵੇਸਟਿੰਗ ਟਾਈਮ ਸਟਾਰਟ ਕਰਦੇ ਹਾਂ ਅੱਜ ਦਾ ਸੈਸ਼ਨ। ਫਰਸਟ ਵਰਡ दैट इज तबू। टैबू बोलो, तबू बोलो, क्लियर। ਹੁਣ ਤੁਹਾਨੂੰ ਯਾਦ ਹੋਏਗਾ ਇੱਕ मूवी आई सी हम साथ साथ हैं। बहुत साल पहले एक मूवी आई सी हम साथ साथ हैं। इस मूवी च ये सारे कपल्स ਇਹ ਗਏ ਸੀ ਸ਼ਿਕਾਰ ਕਰਨ ਵਾਸਤੇ, ਹਿਰਨ ਦਾ ਸ਼ਿਕਾਰ ਕਰਨ ਵਾਸਤੇ, ਜਿਸ ਚ ਇਹਨਾਂ ਤੇ ਕੇਸ ਪੈ ਗਿਆ ਸੀਗਾ। ਸੁਣਿਆ ਹੀ ਹੋਊਗਾ, ਸਲਮਾਨ ਖਾਨ, ਸੈਫ ਅਲੀ ਖਾਨ, ਤਬੂ, ਠੀਕ ਹੈ, ਸਾਰੇ ਕਰਿਸ਼ਮਾ ਕਪੂਰ ਸਾਰੇ ਇਕੱਠੇ ਸੀਗੇ। ਤਾਂ ਇਹ ਕੇਸ ਚੱਲਿਆ, ਕਾਫੀ ਸਾਲ ਤੱਕ ਚੱਲਿਆ ਰਿਹਾ ਕਿ ਹਿਰਨ ਦਾ ਸ਼ਿਕਾਰ ਕਰਨਾ ਉੱਥੇ ਬੈਨ ਸੀ ਸ਼ਿਕਾਰ ਕਰਨਾ। ਬਟ ਇਹਨਾਂ ਨੇ ਕੀ ਕੀਤਾ ਸੀ, ਇਹਨਾਂ ਨੇ ਕਿੰਨੇ, ਤਬੂ ਇਹਨਾਂ ਦੇ ਨਾਲ ਹੀ ਹੈ, ਇਹਨਾਂ ਨੇ ਕੀ ਕੀਤਾ ਸੀ ਉੱਥੇ ਜਾ ਕੇ ਹਿਰਨ ਦਾ ਸ਼ਿਕਾਰ ਕੀਤਾ, ਠੀਕ ਹੈ। ਸੋ ਜਿਹੜੀ ਚੀਜ਼ ਬੈਨ ਸੀ, ਬੈਨ ਮਤਲਬ ਜਿਹੜੀ ਚੀਜ਼ ਤੋਂ ਮਨਾਹੀ ਕੀਤੀ ਹੋਈ ਸੀ, ਜਿਹੜੀ ਚੀਜ਼ ਤੋਂ ਮਨਾਹੀ ਕੀਤੀ ਹੋਈ ਸੀ, ਜਿਹੜੀ ਚੀਜ਼ ਤੇ ਰੋਕ ਲੱਗੀ ਹੋਈ ਸੀ, ਉਹ ਜਾ ਕੇ ਇਹਨਾਂ ਨੇ ਕੰਮ ਕੀਤਾ। ਕਿੰਦੀ ਗੈਂਗ ਨੇ, ਤਬੂ ਦੀ ਗੈਂਗ ਨੇ। ਤਬੂ ਦੇਖ ਸਕਦੇ ਤੁਸੀਂ, ਅਵੇਲੇਬਲ ਹੈ ਇੱਥੇ, ਠੀਕ ਹੈ। ਸੋ ਇਹਨਾਂ ਨੇ ਕੀ ਕੀਤਾ, ਅਲਾਰਮ ਵਜਾਇਆ ਨਹੀਂ, ਇਹ ਉੱਥੇ ਜਾ ਕੇ ਬਹੁਤ ਫੇਮਸ ਹੋ ਗਏ। ਫੇਮਸ ਤਾਂ ਵੈਸੇ ਹੋ ਹੀ ਗਏ ਸੀ क्योंकि मूवीज बहुत हिट हुई सी, बट नवी नहीं गई है। फ्लॉप हुई सी मूवी, बिल्कुल फ्लॉप नहीं हुई सी। तो आंसर की बचा दैट इज प्रोहिबिशन। प्रोहिबिशन मतलब जिस चीज से मनाही होना, जिस चीज से रोक होना, जिस चीज का बैन होना, जिस चीज से रुकावट लगी होनी, ठीक है, दैट इज प्रोहिबिशन। प्रोहिबिशन तब्बू तो याद रखोगे, तब्बू दी मूवी सी केड़ी हम साथ साथ हैं। इस मूवी च जाके इन्होंने हिरन का शिकार किया होया सी, उत्थे मना सीगा, ठीक है। ਤਾਂ ਬਟ ਇਹਨਾਂ ਨੇ ਕੀਤਾ ਤਾਂ ਉਸ ਤੋਂ ਬਾਅਦ ਇਹਨਾਂ ਤੇ ਕੇਸ ਪੈ ਗਿਆ ਸੀ। ਜਿਹੜੀ ਚੀਜ਼ ਤੇ ਪ੍ਰੋਹਿਬਿਸ਼ਨ ਸੀ ਉਹ ਇਹਨਾਂ ਨੇ ਕੀਤੀ। ਕਲੀਅਰ। ਆਈ ਹੋਪ ਕਿ ਤੁਹਾਨੂੰ ਵਰਡ ਯਾਦ ਰਹੂਗਾ। ਸੋ ਐਦਾਂ ਅਸੀਂ ਇੰਟਰਸਟ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਸਟੂਡੈਂਟਸ ਚ, ਜਿਨ੍ਹਾਂ ਨੂੰ ਲੱਗਦਾ ਕਿ ਵੋਕੈਬ, ਸਿਨੋਨਿਮ, ਐਂਟੋਨਿਮ, ਵਨ ਵਰਡ ਯਾਦ ਕਰਨੇ ਹੀ ਨਹੀਂ, ਤਿੰਨ ਚਾਰ ਨੰਬਰ ਕੱਟੇ ਦੇ ਕੱਟੇ ਜਾਣ ਦਿਓ, ਅਸੀਂ ਨੰਬਰ ਨਹੀਂ ਲੈਣੇ, ਉਹਨਾਂ ਦਾ ਵੀ ਇੰਟਰਸਟ ਬਣ ਜਾਊਗਾ, ਠੀਕ ਹੈ। ਧਿਆਨ ਨਾਲ ਸੁਣਿਆ ਕਰੋ ਐਂਡ ਦੋ ਵਾਰੀ ਰਿਵਾਈਜ਼ ਜ਼ਰੂਰ ਕਰੋ। ਤੁਰਦੇ ਫਿਰਦੇ ਮਾਈਂਡ 'ਚ ਯਾਦ ਰੱਖ ਲਿਆ ਕਰੋ। ਜਿੱਦਾਂ ਕਲਾਸ ਲਗਾਈ ਉਦੋਂ ਬਾਅਦ ਤੁਹਾਨੂੰ ਯਾਦ ਆਣਾ ਚਾਹੀਦਾ ਵੀ ਅੱਜ ਮੈਮ ਨੇ ਨਾ ਇੰਨੇ ਕੁ ਵਰਡਸ ਦੇ ਲਿੰਕ ਬਣਾਏ ਸੀ, ਉਹ ਵਰਡਸ ਰੀਕਾਲ ਕਰਨੇ ਹੋਣਗੇ, ਠੀਕ ਹੈ। ਚੈਰੀ ਔਨ ਦਾ ਕੇਕ, ਚੈਰੀ ਔਨ ਦਾ ਕੇਕ। ਕੇਕ ਤਾਂ ਖਾਣ ਨੂੰ ਮਿਲਿਆ ਹੀ ਮਿਲਿਆ। ਚੈਰੀ ਕੇਕ ਦੇ ਉੱਪਰ ਚੈਰੀ ਲਗਾ ਲੈਂਦੇ, ਉਹਨੂੰ ਪੂਰਾ ਡੈਕੋਰੇਟ ਕਰਨ ਲਈ ਲਗਾਉਂਦੇ ਨਾ, ਠੀਕ ਹੈ। ਕੇਕ ਤਾਂ ਖਾਣ ਨੂੰ ਮਿਲਿਆ ਹੀ ਮਿਲਿਆ। ਕਿੰਨਾ ਮਜ਼ਾ ਆਉਂਦਾ ਜਦੋਂ ਉੱਪਰ ਹੁੰਦੇ ਨਾ ਕੁਝ ਵੈਫਰਸ, ਚਾਕਲੇਟਸ ਜਾਂ ਕੋਈ ਚੈਰੀ ਲੱਗੀ ਹੁੰਦੀ ਹੈ। ਤਾਂ ਮੇਰੇ ਵਰਗੇ ਤਾਂ ਬਹੁਤ ਸ਼ੌਕੀਨ ਹੁੰਦੇ ਆ। ਅਸੀਂ ਜਦੋਂ ਵੀ ਫਰੈਂਡਸ ਬਰਥਡੇ ਪਾਰਟੀ ਤੇ ਜਾਂਦੇ ਆ, ਕੇਕ ਲੱਗਿਆ ਪਿਆ ਹੁੰਦਾ, ਠੀਕ ਹੈ, ਤਾਂ ਸਭ ਤੋਂ ਪਹਿਲਾਂ ਫੋਕਸ ਇਹ ਹੁੰਦਾ ਵੀ ਕਦੋਂ ਕੇਕ ਨੂੰ ਚੱਕੀਏ ਤੇ ਚੱਕ ਕੇ ਆਪਣੇ ਫਰੈਂਡ ਦੇ ਮਤਲਬ ਪੂਰਾ ਫੇਸ਼ੀਅਲ ਕਰ ਦਈਏ, ਫੇਸ ਦਾ ਕਲੀਨ ਅਪ ਕਰ ਦਈਏ। ਪਹਿਲਾ ਗੋਲ ਤਾਂ ਇਹੀ ਹੁੰਦਾ।
ਉਸ ਤੋਂ ਪਹਿਲਾਂ ਨਾ, ਉਸ ਪਹਿਲਾਂ ਜਦੋਂ ਬੰਦਾ ਕੱਟ ਰਿਹਾ ਹੁੰਦਾ ਕੇਕ, ਹੈਪੀ ਟੂ ਯੂ ਹੋ ਜਾਂਦਾ, ਕੱਟ ਰਿਹਾ ਹੁੰਦਾ, ਸਭ ਤੋਂ ਪਹਿਲਾਂ ਉਹ ਹੁੰਦਾ ਵੀ ਬਾਕੀ ਤੁਹਾਨੂੰ ਖਿਲਾਣ ਨਾ ਖਿਲਾਣ, ਸਭ ਤੋਂ ਪਹਿਲਾਂ ਫੋਕਸ ਹੈ ਵੀ ਉਹਦੇ ਤੇ ਜਿਹੜੀ ਚੈਰੀ ਲੱਗੀ ਹੈ ਉਹ ਤਾਂ ਚੱਕ ਹੀ ਲਓ, ਕੇਕ ਤਾਂ ਮਿਲ ਜਾਊਗਾ, ਜਿਹੜਾ ਐਕਸਟਰਾ ਬੈਨੀਫਿਟ ਮਿਲ ਰਿਹਾ ਬਈ ਉਹ ਵੀ ਲੈ ਲਓ, ਉਹ ਵੀ ਲੈ ਲਓ, ਉੱਪਰ ਜਿਹੜਾ ਵੀ ਫਰੂਟ ਲੱਗਿਆ ਉਹਨੂੰ ਚੱਕ ਲਓ, ਖਾ ਜਾਓ, ਕੀਵੀ ਵਗੈਰਾ ਹੁੰਦੀ ਹੈ ਜੋ ਵੀ, ਠੀਕ ਹੈ। ਸੋ ਕੇਕ ਤਾਂ ਮਿਲਦਾ ਹੀ ਮਿਲਦਾ, ਨਾਲ ਸਾਨੂੰ ਐਕਸਟਰਾ ਬੈਨੀਫਿਟ ਕੀ ਮਿਲਦਾ ਜਦੋਂ ਕੇਕ ਦੇ ਉੱਪਰ ਚੈਰੀ ਲੱਗੀ ਹੋਈ ਖਾਣ ਨੂੰ ਮਿਲ ਜਾਂਦੀ ਹੈ। ਇਹਦਾ ਮਤਲਬ ਚੈਰੀ ਹੈਲਦੀ ਹੈ ਇਸ ਕਰਕੇ ਖਾਣਾ ਪਸੰਦ ਕਰਦੇ ਹੋ? ਨਹੀਂ। ਸਮਾਲ ਥਿੰਗ, ਛੋਟੀ ਜੀ ਚੀਜ਼ ਹੈ ਜਿਹਨੂੰ ਈਜ਼ੀਲੀ ਚੱਕ ਕੇ ਖਾਇਆ ਜਾ ਸਕਦਾ ਹੈ? नो। ਮੇਜਰ ਪਾਰਟ ਹੁੰਦਾ ਹੈ ਕੇਕ ਦਾ ਮੇਜਰ ਪਾਰਟ ਤਾਂ ਹੁੰਦਾ ਹੀ ਨਹੀਂ, ਕੇਕ ਦਾ ਮੇਜਰ ਪਾਰਟ ਤਾਂ ਉਹਦੀ ਆਈਸਿੰਗ ਹੁੰਦੀ ਹੈ, ਸਾਰਾ ਸਪੰਜ ਹੁੰਦੀ ਹੈ, ਜੋ ਵੀ ਹੁੰਦਾ ਫਲੇਵਰ ਹੁੰਦਾ ਹੈ, ਜੋ ਵੀ ਹੁੰਦਾ ਕੰਟੈਂਟ ਹੁੰਦਾ ਉਹ ਇੰਪੋਰਟੈਂਟ ਹੁੰਦਾ ਹੈ, ਕੇਕ ਹੁੰਦਾ ਹੈ ਜਾਂ ਵਿਪ ਕਰੀਮ ਹੁੰਦੀ ਹੈ, ਠੀਕ ਹੈ। ਸੋ ਨਹੀਂ, ਇਨਸੈਂਟਿਵ ਦਾ ਮਤਲਬ ਕੀ ਹੁੰਦਾ ਹੈ? ਸੈਲਰੀ ਤਾਂ ਮਿਲਣੀ, ਐਕਸਟਰਾ ਬੈਨੀਫਿਟ ਦਾ ਮਿਲਣਾ, ਐਕਸਟਰਾ ਬੈਨੀਫਿਟ ਦਾ, दैट इज इंसेंटिव। सो ਕੀ ਆਊਗਾ, ਕੇਕ ਤਾਂ ਮਿਲਿਆ ਹੀ ਮਿਲਿਆ, ਨਾਲ ਐਕਸਟਰਾ ਬੈਨੀਫਿਟ ਕੀ ਮਿਲਿਆ, ਇਨਸੈਂਟਿਵ ਕੀ ਮਿਲਿਆ, ਚੈਰੀ ਮਿਲ ਗਈ ਖਾਣ ਨੂੰ, ਤਾਂ ਉਹ ਕੀ ਸਾਡੇ ਵਾਸਤੇ ਹੋ ਗਿਆ, ਪ੍ਰੋਫਿਟ ਹੀ ਪ੍ਰੋਫਿਟ ਹੋ ਗਿਆ, ਠੀਕ ਹੈ। ਚਲ, ਅ ਪਰਸਨ ਹੂ ਕੈਨ ਰਾਈਟ ਵਿਦ ਬੋਥ ਹੈਂਡਸ, ਜਿਹੜਾ ਪਰਸਨ ਦੋਨਾਂ ਹੱਥਾਂ ਨਾਲ ਲਿਖ ਸਕਦਾ ਹੈ। ਹੁਣ ਤੁਸੀਂ ਇਹਨਾਂ ਨੂੰ ਨਾ ਦੇਖੋ, ਸਭ ਤੋਂ ਪਹਿਲਾਂ ਇੱਕ ਰੂਲ ਕਰ ਲਓ, ਬੋਥ ਦੇ ਨਾਲ, ਬੋਥ ਦਾ ਮਤਲਬ ਦੋਨੋਂ, ਬੋਥ ਦਾ ਮਤਲਬ ਦੋਨੋਂ, ਦੋਨੋਂ, ਬੋਥ ਦੇ ਨਾਲ ਹਮੇਸ਼ਾ ਐਂਡ ਲੱਗਦਾ ਹੈ, वेरी इंपॉर्टेंट रूल, पेपर च फसा लेंदे ਤੁਹਾਨੂੰ ਇਦਾਂ ਹੀ, ਠੀਕ ਹੈ। एग्जांपल देखो, क्वेश्चन ਕੀ ਆਂਦਾ ਹੈ, ਇਹਨੂੰ ਆਪਾਂ ਬਾਅਦ ਚ ਸੋਲਵ ਕਰਦੇ ਹਾਂ, ਪਹਿਲਾਂ ਇੱਥੇ ਧਿਆਨ ਦਿਓ, both राम and श्याम, या फिर ਉੱਥੇ ਦੇ ਦਿੰਦੇ ਆ both राम और श्याम, क्लियर, both राम and श्याम are present, ਕਹਿੰਦਾ ਜੀ ਸ਼ਾਮ ਤੇ ਰਾਮ ਦੋਨੋਂ ਪ੍ਰੈਜ਼ੈਂਟ ਹੈ, ਠੀਕ ਹੈ। ਉੱਥੇ ਤੁਹਾਨੂੰ ਆਪਸ਼ਨ ਕਿਹੜੀ ਮਿਲ ਜਾਂਦੀ ਹੈ, ਨਾਲ ਦੇ ਦਿੰਦੇ ਜੀ both ਰਾਮ ਔਰ ਸ਼ਾਮ ਆਰ ਪ੍ਰੈਜ਼ੈਂਟ। ਇਹ ਸਭ ਤੋਂ ਬੜਾ ਐਰਰ ਆਂਦਾ ਹੈ ਇਸ ਟੌਪਿਕ ਦਾ, ਅਗਰ ਆ ਜਾਏਗਾ ਤੇ ਦੇਖੋ ਕਿੰਨਾ ਬੜਾ ਐਰਰ ਹੈ, ਇਹਨੂੰ ਦੇਖ ਕੇ ਅਸੀਂ ਡਰ ਜਾਂਦੇ ਹਾਂ, ਕੰਫਿਊਜ਼ ਹੋ ਜਾਂਦੇ ਹਾਂ, ਠੀਕ ਹੈ। ਸੋ ਸਾਨੂੰ ਕੀ ਯਾਦ ਰੱਖਣਾ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਬੋਥ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਬੋਥ ਦੀ, ਬੋਥ ਦਾ ਮਤਲਬ ਦੋਨੋਂ, एग्जामिनर कहता है मिस्टेक फाइंड आउट करो, एरर फाइंड आउट करो ਕਿਹੜੇ ਪਾਰਟ ਚ ਹੈ। बोथ ਦਾ ਮਤਲਬ ਹੁੰਦਾ ਦੋਨੋਂ, ਦੋਨੋਂ ਮਤਲਬ ਨਾਲ ਕੀ ਲਾਵਾਂਗੇ, ਐਂਡ, ਇੱਕ ਰਾਮ ਤੇ ਇੱਕ ਸ਼ਾਮ, ਇੱਕ ਰਾਮ ਅਤੇ ਇੱਕ ਸ਼ਾਮ। ਇੱਥੇ ਕੀ ਕਹਿ ਰਿਹਾ ਹੈ, ਦੋਨੋਂ ਰਾਮ ਜਾਂ ਫਿਰ ਸ਼ਾਮ, ਇੱਕ ਤਾਂ ਦੋਨੋਂ कहता, ਇੱਕ ਜਾਂ ਫਿਰ कहता, सेंटेंस हो गया गलत, ਕਿਹੜੇ ਪਾर्ट ਚ ਆਇਆ एरर, बी पार्ट ਚ एरर आया, क्यों, बोथ ਦੀ ਜਗ੍ਹਾ ਤੇ ਕੀ, और ਦੀ ਜਗ੍ਹਾ ਤੇ ਕੀ ਆਣਾ ਹੋਊਗਾ, एंड आना होगा, ਐਦਾਂ ਦਾ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ, ਕਲੀਅਰ। ਸੋ ਐਦਾਂ ਦੇ ਰੂਲਸ ਜਿਹੜੇ ਹੁੰਦੇ ਨੇ ਇੰਪੋਰਟੈਂਟ ਆਪਣੇ ਪੰਜਾਬ ਦੇ ਪੇਪਰਾਂ ਲਈ, ਉਹਨਾਂ ਨੂੰ ਥੋੜਾ ਧਿਆਨ ਨਾਲ ਰਿਵਾਈਜ਼ ਕਰਿਆ ਕਰੋ, ਇਹਨਾਂ ਚੋਂ ਹੀ ਕੁਐਸਚਨਸ ਬਣ ਕੇ ਆ ਜਾਂਦੇ ਆ, ਠੀਕ ਹੈ। ਇੱਕ ਰੂਲ ਦਾ ਸਮਝ ਲਓ, ਗੱਲ ਤਾਂ ਅਸੀਂ ਵੋਕੈਬਲਰੀ ਦੀ ਕਰ ਰਹੇ ਹਾਂ, ਬਟ ਆਦਤ ਹੁੰਦੀ ਹੈ ਇੱਕ ਟੀਚਰ ਨੂੰ, ਉਹਨੂੰ ਲੱਗਦਾ ਹੈ ਕਿ ਜਦੋਂ ਮੈਨੂੰ ਇੱਕ ਵਰਡ ਮਿਲ ਗਿਆ, ਕੁਝ ਇੱਕ ਰੂਲ ਮਿਲ ਗਿਆ, ਤਾਂ ਸਾਨੂੰ ਉਹ ਵੀ ਦੱਸਣਾ ਚਾਹੀਦਾ ਹੈ। ਵੋਕੈਬਲਰੀ ਦਾ ਕਰ ਰਹੇ ਹੋ, ਨਾਲ ਗ੍ਰਾਮਰ ਵੀ ਸਿੱਖੋ, ਗ੍ਰਾਮਰ ਦਾ ਕਾਫੀ ਇੰਪੋਰਟੈਂਟ ਕਨਸੈਪਟ ਹੈ। ਇੱਕ ਰੂਲ ਹੋਰ ਸਿੱਖ ਲਓ, ਦੇਖੋ ਮੈਂ ਬੋਲਾਂ both hand, या फिर मैं बोला both hands, ਹੁਣ ਤੁਸੀਂ ਦੱਸੋ ਇਹਨਾਂ ਚੋਂ ਕਿਹੜਾ ਸੈਂਟੈਂਸ ਠੀਕ ਹੈ। ਅਗਰ ਤੁਹਾਨੂੰ ਐਗਜ਼ਾਮੀਨਰ ਇੱਥੇ ਦੇ ਦਿੰਦੇ a person who can write with both hand, ਜਦੋਂ ਸਾਨੂੰ ਪਤਾ ਹੈ ਕਿ both ਦਾ ਮਤਲਬ ਹੁੰਦਾ ਦੋਨੋਂ, ਕਲੀਅਰ, ਦੋਨੋਂ ਹੱਥ, ਇੱਕ ਤੇ ਦੋ, ਦੋ ਹੋ ਗਏ, ਤਾਂ ਫਿਰ both ਨਾਲ hand ਤਾਂ ਆ ਹੀ ਨਹੀਂ ਸਕਦਾ। ਸੋ ਮਤਲਬ ਕੀ ਹੋਇਆ, both ਤੋਂ ਬਾਅਦ रूल नंबर 2 ਕੀ ਕਹਿੰਦਾ ਹੈ, both ਤੋਂ ਬਾਅਦ ਤੁਸੀਂ ਗੱਲ ਕਰੋਗੇ ਪਲੂਰਲ ਸਬਜੈਕਟ ਦੀ, ਯਾਨੀ ਕਿ ਪਲੂਰਲ ਨਾउन ਦੀ, ਜ਼ਿਆਦਾ ਚੀਜ਼ਾਂ ਦੀ ਗੱਲ ਕਰੋਗੇ, ਇੱਕ ਚੀਜ਼ ਦੀ ਗੱਲ ਨਹੀਂ ਕਰ ਸਕਦੇ, ਠੀਕ ਹੈ। ਵੋਕੈਬਲਰੀ ਦੇ ਨਾਲ ਨਾਲ ਸਾਡੇ ਗ੍ਰਾਮਰ ਦੇ ਦੋ ਰੂਲਸ ਕਵਰ ਹੋ ਚੁੱਕੇ, ਧਿਆਨ ਨਾਲ ਕਰ ਲੈਣਾ, ਠੀਕ ਹੈ। ਵਾਪਸ ਆ ਜਾਓ, ਜਿਹੜਾ ਪਰਸਨ ਦੋਨੋਂ ਹੱਥਾਂ ਨਾਲ ਲਿਖ ਸਕਦਾ ਹੈ, ਐਕਸਪਰਟ, ਐਕਸਪਰਟ ਤਾਂ ਕਿਸੇ ਚੀਜ਼ ਦਾ ਵੀ ਐਕਸਪਰਟ ਹੋ ਸਕਦਾ ਹੈ। ਐਰੋਗੈਂਟ, ਇਹ ਵਰਡ ਤੁਹਾਨੂੰ ਪਹਿਲਾਂ ਵੀ ਕਰਵਾਇਆ ਹੋਇਆ, ਆਈ ਥਿੰਕ, ਪਤਾ ਨਹੀਂ ਵੋਕੈਬਲਰੀ ਕਲਾਸ 2 3 ਮੈਨੂੰ ਨਹੀਂ ਯਾਦ, ਠੀਕ ਹੈ, ਕਿਉਂਕਿ ਕੋਰਸ ਦੇ ਅੰਦਰ ਇਹ ਚੱਲ ਰਿਹਾ ਕਲਾसेस, ਕੋਰਸ ਦੀ ਕਲਾसेस ਹੀ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਵਾਈਡ ਕਰਵਾ ਦਿਆ ਕਰੀਏ, ਠੀਕ ਹੈ, ਸੋ दैट ਕੀ ਹੈਲਪ ਹੋ ਜਾਏ, ਕਲੀਅਰ। ਐਰੋਗੈਂਟ, ਐਰੋ ਇੱਕ ਬ੍ਰਾਂਡ ਹੈ, ਕਾਫੀ ਮਹਿੰਗਾ ਬ੍ਰਾਂਡ ਹੈ, ਇਸ ਬ੍ਰਾਂਡ ਦੇ, ਐਰੋ ਇੱਕ ਬ੍ਰਾਂਡ ਹੈ, ਮੈਨ ਬ੍ਰਾਂਡ ਹੈ, ਕਰਵਾਇਆ ਹੋਇਆ ਪਹਿਲਾ ਵਰਡ, ਯਾਦ ਆ ਗਿਆ ਹੋਊਗਾ ਹੁਣ ਤੱਕ ਤਾਂ ਤੁਹਾਨੂੰ, ਕੋਈ ਜੇ ਪਹਿਲਾਂ ਕਲਾਸ ਚ ਕੀਤਾ ਹੋਇਆ ਤਾਂ ਮੇਰੇ ਕੋਲ, ਠੀਕ ਹੈ। ਚਲੋ, ਐਰੋ ਇੱਕ ਬ੍ਰਾਂਡ ਹੈ, ਮਹਿੰਗਾ ਬ੍ਰਾਂਡ ਹੈ, ਕੌਣ ਪਾਉਂਦਾ ਇਹਨੂੰ, ਮੈਨ ਪਾਉਂਦੇ ਹੈ, ਆਦਮੀਆਂ ਦਾ ਬ੍ਰਾਂਡ ਹੈ। ਹੁਣ ਜਿਹੜਾ ਲੜਕਾ ਜਾਂ ਜਿਹੜਾ ਆਦਮੀ
महंगे ब्रांड के कपड़े पाऊगा वो थोड़ा की होगा, थोड़ा तो घमंडी होगा ही भाई, थोड़ा तो ਉਹਦੇ ਚ ਪ੍ਰਾਊਡ ਹੋਊਗਾ ਹੀ ਹੋਊਗਾ, ਥੋੜੀ ਜੀ ਇਗੋਇਸਟ ਤਾਂ ਥੋੜਾ ਜਿਹਾ ਹੋਊਗਾ ਹੀ ਹੋਊਗਾ ਮਹਿੰਗੀ ਬ੍ਰਾਂਡ ਦੇ ਕੱਪੜੇ ਪਾਉਣ ਵਾਲਾ। ਤਾਂ ਇੱਥੋਂ ਯਾਦ ਰੱਖੋ ਐਰੋਗੈਂਟ ਮਤਲਬ ਪ੍ਰਾਊਡੀ, ਤਾਂ ਇਹਦਾ ਮਤਲਬ ਪ੍ਰਾਊਡੀ ਤਾਂ ਨਹੀਂ ਹੋ ਸਕਦਾ ਵੀ ਦੋ ਹੱਥਾਂ ਲਿਖ ਸਕਦੇ ਆ ਤਾਂ ਪ੍ਰਾਊਡੀ ਹੋਊਗਾ, नो। ਡੈਕਸਟਰਸ ਦਾ ਮਤਲਬ ਕੀ ਹੁੰਦਾ? ਡੈਕਸਟਰਸ ਦਾ ਮਤਲਬ ਹੁੰਦਾ ਐਕਸਪਰਟ, ਕਿਸੇ ਚੀਜ਼ 'ਚ ਪਰਫੈਕਟ, ਠੀਕ ਹੈ। ਬਟ ਐਮਬੀ ਦਾ ਮਤਲਬ ਕੀ ਹੁੰਦਾ? ਐਮਬੀ, ਐਮਬੀ ਦਾ ਮਤਲਬ ਦੋ, ਦੋਨਾ। ਤਾਂ ਐਮਬੀ ਡੈਕਸਟਰਸ ਮਤਲਬ the person who can write with both hands, ਜਿਹੜੇ ਲੈਫਟੀ ਵੀ ਹੁੰਦੇ ਆ ਰਾਈਟੀ ਵੀ ਹੁੰਦੇ ਆ, those are called ambidextrous। ਕੀ ਕਿਹਾ ਜਾਂਦਾ ਹੈ? ambidextrous। ਕੀ ਬੋਲਦੇ ਆ? ambidextrous, right? ਚਲੋ ਓਕੇ ਗਾਇਸ, ਨੈਕਸਟ ਆ what is the synonym of the word esteem? ਤੁਹਾਨੂੰ ਪਤਾ ਹੈ esteem ਬ੍ਰਾਂਡ ਦੀ ਇੱਕ ਕਾਰ ਆਂਦੀ ਹੁੰਦੀ ਸੀ, ਸ਼ਾਇਦ ਹੁਣ ਵੀ ਆਂਦੀ ਹੈ, ਇੱਕ ਲੰਬੀ ਜੀ ਕਾਰ ਸੀ, ਮੈंने ਬਹੁਤ ਚਲਾਈ ਹੈ ਬਿਕੋਜ਼ ਮੈਨੂੰ ਪਹਿਲਾਂ ਕਾਫੀ ਸਾਲ ਪਹਿਲਾਂ ਜੋ ਡਰਾਈਵਿੰਗ ਸਿੱਖੀ ਸੀ ਤਾਂ ਕੀ ਹੁੰਦਾ ਸੀ ਕਿ ਥੋੜਾ ਡਰ ਲੱਗਦਾ ਹੁੰਦਾ ਸੀ, ਇਵਨ ਕਿ ਬਹੁਤ ਸਾਲ ਪਹਿਲਾਂ ਸਿੱਖ ਰਹੀ ਸੀ ਡਰਾਈਵਿੰਗ, ਠੀਕ ਹੈ। ਡਾਂਟ ਵੀ ਬਹੁਤ ਪੈਂਦੀ ਹੁੰਦੀ ਸੀ, ਬ੍ਰਦਰ ਤੋਂ ਪਾਪਾ ਤੋਂ ਬਹੁਤ ਡਾਂਟ ਪੈਂਦੀ ਹੁੰਦੀ ਸੀ ਕਿ ਖੁੱਲੀ ਜਗ੍ਹਾ ਲੈ ਜਾਂਦੇ ਹੋ, ਪਤਾ ਨਹੀਂ ਚਲਾਣੀ ਆਉਂਦੀ ਨਹੀਂ, ਵਟਐਵਰ ਜੋ ਵੀ, ਠੀਕ ਹੈ। ਸੋ ਉਸ ਤੋਂ ਬਾਅਦ ਜਦੋਂ ਕਾਰ ਸਿੱਖੀ ਸੀ, ਮੇਰੀ ਫਰੈਂਡ ਕੋਲ ਇੱਕ ਅਸਟੀਮ ਕਾਰ ਸੀ, ਅਸਟੀਮ ਕਾਰ ਸੀ, ਠੀਕ ਹੈ, ਲੰਬੀ ਹੁੰਦੀ ਕਾਫੀ। ਤਾਂ ਆਈ ਵਾਸ ਡੇਅਰਿੰਗ, ਤਾਂ ਮੈਨੂੰ ਲੱਗਦਾ ਸੀ ਕਿ ਕਿਉਂ ਟ੍ਰੈਫਿਕ 'ਚ ਕਿਉਂ ਨਹੀਂ ਚੱਲਦੀ, ਮੇਰੇ ਤੋਂ ਇੰਨੀ ਲੰਬੀ ਕਾਰ ਤਾਂ ਚਲਾ ਕੇ ਦੇਖਣੀ ਤਾਂ ਬਣਦੀ ਹੈ। ਸ਼ੀ ਹੈਜ਼ ਅਸਟੀਮ, ਤਾਂ ਮੈਂ ਕਿਹਾ ਪਕੜਾ ਦੇ ਬਈ ਅੱਜ ਤਾਂ ਦੇਖੀ ਜਾਊਗੀ, ਠੀਕ ਹੈ ਨਾ। ਉਹ ਕਹਿੰਦੇ ਨਹੀਂ ਯਾਰ ਦੇਖ ਲਓ, ਮੈਂ ਕੋਈ ਨਾ, ਜ਼ਿਆਦਾਤਰ ਕੀ ਕਹਿੰਦੇ ਹੁੰਦੇ ਲੋਕ, ਜਾਵਾਂਗੇ ਕਾਰ 'ਚ ਆਵਾਂਗੇ ਅਖਬਾਰ 'ਚ, ਇਹੀ ਕਹਿੰਦੇ ਆ। ਬਟ ਐਦਾਂ ਦਾ ਮੈਂ ਕੁਝ ਨਹੀਂ ਕਰਨ ਵਾਲੀ, ਪੱਕਾ ਮੈਂ ਸਹੀ ਚਲਾऊं, ਪਲੀਜ਼ ਗਿਵ ਮੀ ਯਾਰ, ਹਨਾ। ਤਾਂ ਲੰਬੀ ਸਾਰੀ ਕਾਰ ਸੀ, मतलब मैंने पूरे सिटी के अंदर बस स्टॉप कॉलेज पूरे सिटी च जान च ते आन च मैंने गड्डी चलाई, मतलब आई वाज वेरी हैप्पी कि मैंने चलाती, और पूरा नींद इन्नी शांत हुई नींद आई, इन्नी रिलैक्स्ड, आई वाज सो हैप्पी। ਐਵੇਂ ਲੱਗਦਾ ਸੀ ਕਿ ਕੋਈ ਇੱਕ ਗੋਲ ਅਚੀਵ ਕਰ ਲਿਆ ਹੁੰਦਾ, ਸਮਝ ਰਹੇ ਹੋ? ਐਵੇਂ ਲੱਗਦਾ ਜਿਵੇਂ ਕਿਸੇ ਚੋਟੀ ਤੇ ਨਾ, ਮਤਲਬ ਮਾਊਂਟ ਐਵਰੈਸਟ ਤੇ ਚੜ ਕੇ ਆਏ ਹੁੰਦੇ ਆ, ਇੰਨਾ ਆਪਣੇ ਆਪ ਤੇ ਕੌਨਫੀਡੈਂਸ ਆਇਆ, ਠੀਕ ਹੈ। ਸੋ ਅਸਟੀਮ ਕਾਰ ਜਿੰਦੇ ਕੋਲ ਹੁੰਦੀ ਸੀ, ਅਸਟੀਮ ਕਾਰ ਜਿੰਦੇ ਕੋਲ ਹੁੰਦੀ ਸੀ, ऑब्वियसली मतलब ऑब्वियस सारा कुछ कोल हुंदी सी नहीं, एंडलेस कार नहीं, प्रोटेक्ट बचाउंदी सी किथों? मैनू अखबार च आउण तो, जावांगे कार च आवांगे अखबार च, नो। ता मतलब बहुत ज्यादा रिस्पेक्टफुल, स्टीम कार नू उस टाइम बहुत ज्यादा रिस्पेक्ट दित्ती जांदी सी, बिकॉज मैनू भी लग्या कि काफी अच्छी गड्डी है, लंबी सारी गड्डी है, मतलब इहदे च बैठांगे नू चलावांगे तां रिस्पेक्ट वधूगी। ਤਾਂ that mean ਕੀ ਹੁੰਦਾ ਹੈ? esteem मतलब respect, regard, ਕਿਸੇ ਦਾ ਰਿਗਾਰਡ ਕਰਨਾ, ਕਲੀਅਰ। ਤਾਂ ਉਹਨਾਂ ਨੇ ਵੀ ਆਪਣੀ ਰਿਸਪੈਕਟ ਰੱਖੀ, ਉਹਨਾਂ ਨੇ ਵੀ ਆਪਾਂ ਨੂੰ ਰਿਸਪੈਕਟ ਦਿੱਤੀ, ਉਹਨਾਂ ਨੇ ਵੀ ਕਹਿਤਾ ਕਹਿੰਦੇ ਚਲਾ ਲਓ ਦੇਖੀ ਜਾਊ ਜਿਹੜਾ ਕੁਝ ਹੋਊਗਾ ਬਾਅਦ ਚੋਂ, ਕਲੀਅਰ। ਸੋ ਵਰਡ ਯਾਦ ਰੱਖੋ, esteem, ਜਿਹੜਾ ਪਰਸਨ ਦੋਨਾਂ ਹੱਥਾਂ ਨਾਲ ਲਿਖ ਸਕਦਾ ਹੈ, ambidextrous, ਚੈਰੀ ਔਨ ਦਾ ਕੇਕ, ਕੇਕ ਤਾਂ ਮਿਲ ਗਿਆ, ਚੈਰੀ ਮਿਲ ਗਈ, ਐਕਸਟਰਾ ਬੈਨੀਫਿਟ ਮਿਲ ਜਾਣਾ, that is incentive, clear। नेक्स्ट तब्बू, तब्बू मूवी, तब्बू ने एक मूवी च काम ਕੀਤਾ ਸੀ ਹਮ ਸਾਥ ਸਾਥ हैं, ਉਸ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਨੇ ਕੀ ਕੀਤਾ ਸੀਗਾ? ਹਿਰਨ ਦਾ ਸ਼ਿਕਾਰ ਕੀਤਾ, ਠੀਕ ਹੈ। ਕਿਉਂ? ਮਨਾਹੀ ਸੀ ਬਟ ਫਿਰ ਵੀ ਉਹਨਾਂ ਨੇ ਕੀਤਾ, ਤਾਂ ਉਹਨਾਂ ਤੇ ਕੇਸ ਪੈ ਗਿਆ ਸੀਗਾ, ਠੀਕ ਹੈ। ਚਲੋ ਨੈਕਸਟ ਵਰਡ ਚਲਦੇ ਹਾਂ। सिनोनिम ऑफ द वर्ड नादिर, नादिर, नादिर शाह अब्दाली, सुनिया ही होगा ਤੁਹਾਨੂੰ, जीके च पढ़ रही होगी ਤੁਸੀਂ। नादिर शाह अब्दाली किथों ਦਾ ਰਾਜਾ ਸੀ, ਕੌਣ ਸੀ, ਕਿਵੇਂ ਸੀ, ਉਹ ਤੁਹਾਨੂੰ ਸਭ ਨੂੰ ਪਤਾ ਹੈ, ਮੈਨੂੰ ਵੀ ਪਤਾ, ਕਲੀਅਰ, ਠੀਕ ਹੈ। ਚਲ ਨਾदिर शाह अब्दाली, ਜਦੋਂ ਤੱਕ ਨਾदिर, ਨਾदिर ਦਾ ਮਤਲਬ ਕੀ ਹੁੰਦਾ ਹੈ? ਜਦੋਂ ਤੱਕ ਨਾदिर शाह अब्दाली ਆਪਣਾ ਚਲਾ ਰਿਹਾ ਸੀ ਸਿਸਟਮ, ਆਪਣੇ ਐਮਪਾਇਰ ਨੂੰ ਸੰਭਾਲ ਰਿਹਾ ਸੀ, ਓਕੇ ਚੱਲ ਰਿਹਾ ਸੀ। ਬਟ ਜਿੱਦਾਂ ਹੀ ਨਾदिर ਦੇ ਸਕਸੈਸਰਸ ਆਏ, ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦੇ ਸਕਸੈਸਰਸ ਆਏ, ਤਾਂ ਉਹਨਾਂ ਦਾ ਜਿਹੜਾ ਚੱਲਿਆ ਚਲਾਇਆ ਚੋਟੀ ਦਾ ਜਿਹੜਾ ਉਹ ਸੀ, ਚੋਟੀ ਦਾ ਐਮਪਾਇਰ ਸੀ, चोटी मतलब अपेक्स, अपेक्स मतलब पीक, जेनिथ मतलब भी पीक मतलब टॉप। ਹੁਣ ਇਹ ਦੋਨੋਂ ਤਾਂ ਸਿਨੋਨਿਮ ਹੋ ਨਹੀਂ ਸਕਦੇ, ਇਹ ਦੋਨੋਂ ਤਾਂ ਸਿਨੋਨਿਮ ਹੋ ਨਹੀਂ ਸਕਦੇ, ਕਲੀਅਰ। ਟੀਡੀਅਸ मतलब ਥੱਕਿਆ ਹੋਇਆ, ਟਾਇਰਸਮ ਥੱਕਿਆ ਹੋਇਆ, ਕਲੀਅਰ। ਟੀਡੀਅਸ मतलब ਥੱਕਿਆ ਹੋਇਆ ਨਹੀਂ ਹੋ ਸਕਦਾ, ਠੀਕ ਹੈ। ਆ ਵੀ ਨਹੀਂ ਹੋ ਸਕਦਾ, ਬਚਿਆ ਕੀ? ਬॉटम। सिनोनिम ऑफ द नादिर, नादिर मतलब नादिर शाह अब्दाली ਜਦੋਂ ਤੱਕ ਰਾਜ ਕਰਦਾ ਸੀ ਉਦੋਂ ਤੱਕ ਸਭ ਓਕੇ ਚੱਲ ਰਿਹਾ ਸੀ, ਜਿੱਦਾਂ ਹੀ ਉਹਦਾ ਖਤਮ ਹੋਣਾ ਹੋਇਆ ਐਮਪਾਇਰ, ਸ਼ੁਰੂ ਉਹਦੇ ਸਕਸੈਸਰਸ ਆ ਗਏ, ਤਾਂ ਉਹਨਾਂ ਦਾ ਬਈ ਲੋਐਸਟ ਪੁਆਇੰਟ ਆ ਗਿਆ ਸੀ। ਨਾदिर मतलब ਲੋਐਸਟ ਪੁਆਇੰਟ, ਬॉटम ਥੱਲੇ ਲੱਗ ਗਏ ਸੀ ਉਹ, ਕਲੀਅਰ। ਉਹਨਾਂ ਨੇ ਸਕਸੈਸਫੁਲ ਨਹੀਂ ਹੋਏ ਸੀ ਉਹਨੇ
लोएस्ट पॉइंट, बॉटम या फिर कह लो नैदिर। नैदिर का ऑपोजिट की हो गया, नैदिर का ऑपोजिट की होएगा फिर टॉप, पीक, अपेक्स। अपेक्स वर्ड आई थिंक पहला करवाया मैं ਤੁਹਾਨੂੰ ਕਿਸੇ ਸੈਸ਼ਨ ਚ, ਵੋਕੈਬਲਰੀ ਕਲਾਸ 2 3 ਪਤਾ ਨਹੀਂ ਮੈਨੂੰ ਯਾਦ ਨਹੀਂ। ਤਾਂ ਬਈ ਅਪੈਕਸ ਇੰਸਟੀਚਿਊਟਸ ਦੇ ਨੇਮ ਹੈ ਬਹੁਤ ਸਾਰੇ। ਉਹ ਕਹਿੰਦੇ ਜੀ ਅਸੀਂ ਟੌਪ ਤੇ ਆ ਜਾਂ ਫਿਰ ਅਸੀਂ ਟੌਪ ਤੇ ਲੈ ਕੇ ਜਾਂਦੇ ਆਪਣੇ ਸਟੂਡੈਂਟਸ ਨੂੰ। ਇੱਕ ਹੋਰ ਵਰਡ ਹੈ ਦੈਟ ਇਜ਼ ਜੈਨਿਥ। ਜੈਨਿਥ ਨਾਮ ਦੀ ਅਕੈਡਮੀਜ਼ ਵੀ ਨੇ ਆਪਣੇ ਕਾਫੀ ਜ਼ਿਆਦਾ। ਜੈਨਿਥ ਦਾ ਮਤਲਬ ਵੀ ਟੌਪ। ਕਲੀਅਰ? ਚਲੋ ਨੈਕਸਟ ਵਰਡ, ਐਂਟੋनिम ਆਫ ਕੈਲੋ। ਇਸ ਦਾ ਅਸੀਂ ਲਿੰਕ ਯਾਦ ਕਰਾਂਗੇ ਬਹੁਤ ਅੱਛਾ। ਜਦੋਂ ਮੈਂ ਬਣਾਈ ਸੀ ਲਿੰਕ ਅੱਜ ਤੋਂ ਸ਼ਾਇਦ ਪਤਾ ਨਹੀਂ ਕਿੰਨੇ ਸਾਲ ਪਹਿਲਾਂ, मतलब 2-3 साल पहला कोई बनाया किसी वर्ड का, किसी का 1 साल पहला बनाया, किसी का 4 साल पहला बनाया होगा। क्लियर? क्योंकि ਜਿਹੜੀ ਵੋਕੈਬਲਰੀ ਐਗਜ਼ਾਮ ਆਉਂਦੀ ਹੈ ਕੰਪੀਟੀਟਿਵ ਚ ਤਾਂ ਉਹਦੇ ਉੱਪਰ ਅਸੀਂ ਬਹੁਤ ਕੰਮ ਕਰਦੇ ਆ। ਬੈਠ ਕੇ ਦੇਖੋ ਕਿੰਨਾ ਦਿਮਾਗ ਲਗਾਉਣਾ ਪੈਂਦਾ ਹੈ, ਕਿੰਨਾ ਕੰਟੈਂਟ ਰੈਡੀ ਕਰਦੇ ਆ, ਸੋਚਣਾ ਪੈਂਦਾ ਹੈ ਵਰਡਸ ਨੂੰ ਕਿੱਦਾਂ ਕਨੈਕਸ਼ਨ ਬਣਾਈਏ, ਕਿੱਦਾਂ ਸਟੂਡੈਂਟਸ ਨੂੰ ਯਾਦ ਕਰਵਾਈਏ। ਸੋ ਦੈਟ ਕਿ ਕੁਝ ਨਾ ਕਰਨ ਨਾਲੋਂ ਚੰਗਾ ਕੁਝ ਤਾਂ ਵਰਡਸ ਕਰੀਏ, ਜਮਾ ਛੱਡਣ ਨਾਲੋਂ ਕੁਝ ਤਾਂ ਇੰਟਰਸਟ ਪੈਦਾ ਹੋ ਸਕਦਾ ਹੈ ਕਰਨ ਨਾਲ 2 वर्ड्स 4 ਹੋਰ ਨਹੀਂ ਕਰ ਲਓ ਤੁਸੀਂ। ठीक है? सो बहुत ज्यादा मेहनत करते हैं, नए वर्ड्स बनाने की कोशिश करते हैं ताकि ਤੁਹਾਨੂੰ याद रह जाए। ठीक है? ਤਾਂ ਹੁਣ ਇਹ ਵਰਡ ਮੈਨੂੰ ਬਣਾਏ ਨੂੰ आई थिंक मेरे हिसाब से ਮੈਨੂੰ ਹੋ ਗਿਆ ਹੋਵੇਗਾ ਅਰਾਊਂਡ 2 ਇਅਰਸ ਮੈਕਸਿਮਮ ਹੋ ਚੁੱਕੇ ਹੋਣਗੇ। ਤਾਂ ਮੈਂ ਜਦੋਂ ਲਿੰਕ ਬਣਾਇਆ ਸੀ ਮੈਂ ਆਪਣੇ ਮਾਈਂਡ 'ਚ ਲਿੰਕ ਕ੍ਰੀਏਟ ਕੀਤਾ, ਉਸ ਤੋਂ ਬਾਅਦ ਮੈਨੂੰ ਕਦੇ ਭੁੱਲਿਆ ਨਹੀਂ। ਦੇਖੋ ਚਲੋ ਹੁਣ ਦੇਖੋ ਇਹਨਾਂ ਲਿੰਕ ਮੈਂ ਦੋ ਬਣਾ ਕੇ ਦੱਸਣੀ ਤੁਹਾਨੂੰ, ਕਾਲ ਤੇ ਦੂਜਾ ਅਲਾਓ। ठीक है? देखो एक मिनट, पहले तो आप बनाया कॉल, दूजा बनाया आप अलाउ। क्लियर? कॉल अलाउ नहीं किया जाता, कॉल अलाउ नहीं किया जाता, किनू किनू अलाउ नहीं किया जाता। हुण अगर ਅਸੀਂ ਗੱਲ ਕਰੀਏ ਕਿ ਕਾਲਿੰਗ ਸੈਂਟਰਸ ਹੁੰਦੇ ਆ ਹੈ ਨਾ, ਕਾਲ ਸੈਂਟਰਸ ਹੁੰਦੇ ਜੋ ਵੀ ਹੁੰਦੇ ਆ ਉੱਥੇ ਉਹ ਥੋੜਾ ਜਿਹਾ ਫਰੈਸ਼ਰ ਨੂੰ ਤਾਂ ਰੱਖਦੇ ਹੀ ਰੱਖਦੇ ਆ। ठीक है? ਤਾਂ ਬਟ ਉਹ ਕਾਲ ਅਲਾਉ ਨਹੀਂ ਕਰਦੇ ਕਿਨੂੰ, ਜਿਹੜੇ ਬੰਦੇ ਹੁੰਦੇ ਨੇ ਕੀ ਹੁੰਦੇ ਨੇ, ਜਿਹੜੇ ਬੰਦੇ ਹੁੰਦੇ ਨੇ ਇਨਐਕਸਪੀਰੀਅੰਸਡ। ਉਹਨਾਂ ਥੋੜਾ ਹੁੰਦਾ ਵੀ ਤੁਹਾਨੂੰ ਨੌਲੇਜ ਹੁੰਦੀ ਹੋਏ, ਗੱਲ ਕਰਨੀ ਆਉਂਦੀ ਹੋਏ। ਕਲੀਅਰ? ਸੋ ਕਾਲ ਅਲਾਉ ਨਹੀਂ ਕੀਤਾ ਜਾਂਦਾ ਕਿਨੂੰ, ਜਿਹੜੇ ਬੰਦੇ ਹੁੰਦੇ ਨੇ ਇਨਐਕਸਪੀਰੀਅੰਸਡ। ਇਨਐਕਸਪੀਰੀਅੰਸ। ਠੀਕ ਹੈ? ਹੁਣ ਇਨਐਕਸਪੀਰੀਅੰਸ ਆਪਾਂ ਨੂੰ ਪੁੱਛਿਆ ਗਿਆ ਐਂਟੋनिम। ਜਲਦੀ ਨਹੀਂ ਕਰਨਾ ਪੇਪਰ 'ਚ। ਮੇਰੇ ਵਰਗੇ ਸਟੂਡੈਂਟ ਥੋੜਾ ਕੁਝ ਨਹੀਂ ਪੜ੍ਹਦੇ, ਬਸ ਆਹ ਵਰਡ ਦੇਖਿਆ ਤੇ ਟੁੱਟ ਪਏ ਉਹਦੇ ਤੇ ਆਨਸਰ ਤੇ। मेरे वर्गे स्टूडेंट्स इदा ही होंगे। ठीक है? उन्होंने ये नहीं देखना भी थे ऑपोजिट पूछा है, ऑपोजिट पूछे तो ऑपोजिट दसांगे ना। मेरे वर्गे इथे जाके टिक करेंगे इनएक्सपीरियंस्ड। बट बी केयरफुल, एक बार इनु जरूर निगाह मारो कि ऑपोजिट पूछे कि सिनोनिम पूछे। ठीक है? सो इनएक्सपीरियंस दा ऑपोजिट क्या होगा? एक्सपीरियंस्ड। सो साडा आंसर ए ता हो नहीं सकता 4 नंबर। साडा आंसर की होगा 1, दैट इज एक्सपीरियंस्ड। क्लियर? ओके? ग्लैड दा मतलब खुश, हैप्पी। आउट ऑफ स्पिरिट काफी अच्छा इडियम है, इंपॉर्टेंट भी है। आउट ऑफ स्पिरिट, स्पिरिट मैंने आत्मा। एक होता है इन हाई स्पिरिट, देखो अच्छी तरह, इन हाई स्पिरिट पूरे जोश, पूरे जोश। ये दोनों अपोजिट ने एक दूसरे के। ठीक है? इन हाई स्पिरिट मतलब बहुत ज्यादा हैप्पी, ग्लैड, चीयरफुल, एक्टिव। बट आउट ऑफ स्पिरिट कहते आज तो मेरी आत्मा ही नहीं, मेरे जान प्राण ही नहीं लग रहे। उस दिन की हुन्ने आपां सैड हुन्ने आ, पैसिव हुन्ने आ, इनएक्टिव हुन्ने आ। राइट? ओके जी? ठीक है? सैड, पैसिव, इनएक्टिव मतलब आउट ऑफ स्पिरिट। आत्मा कहते आज तो मेरे जान प्राण ही है नहीं, यही लगता है मेरे तो आत्मा ही निकल गई। बट इन हाई स्पिरिट्स मतलब पूरे जोश च होना, पूरे जोश च होना, हैप्पी होना, चीयरफुल होना। क्लियर? चलो नेक्स्ट वन, क्वांट। क्वांट कौन कौन पढ़ता है? क्वांट मैथमेटिक्स क्वांट पढ़ते हैं ना, क्वांट बोलते हैं। ठीक है? क्वांट दा सिनोनिम, क्वांट या मैथमेटिक्स दे फॉर्मूलास नाल ਅਸੀਂ ਸਾਰੇ ਦੇ ਸਾਰੇ ਕੀ ਹੁੰਨੇ ਆ, ਫੈਮਿਲੀਅਰ ਹੁੰਨੇ ਆ। ਸਾਰੇ ਦੇ ਸਾਰੇ क्वांट ਦੇ ਫਾਰਮੂਲਾ ਆਉਂਦੇ ਸਾਨੂੰ ਨਹੀਂ ਆਉਂਦੇ। ਫੈਮਿਲੀਅਰ मतलब ਤਾਂ ਜਾਣਕਾਰ ਹੋਣਾ, ਕਾਮਨ ਹੁੰਦੇ ਆ। ਕਾਮਨ ਤਾਂ ਕਿੱਥੇ ਹੁੰਦੇ ਆ ਜੀ, ਫੱਟੇ ਚਕਾ ਦਿੰਦੇ ਆ ਪੇਪਰ 'ਚ, ਕੁਐਸਚਨ ਹੀ ਸੋਲਵ ਹੁੰਦੇ ਆ, ਫਸ ਜਾਂਦੇ ਆ। सही है? चलो अग्रीमेंट, सैमती, स्ट्रेंज। क्वांट दे फॉर्मूलास साडे सब ਲਈ ਕੀ ਹੁੰਦੇ ਨੇ? स्ट्रेंज ਹੁੰਦੇ ਆ। ਅਸੀਂ ਉਹਨੂੰ ਸਿੱਖਦੇ ਆ ਹੌਲੀ ਹੌਲੀ। स्ट्रेंज ਦਾ ਹੋਰ ਵਰਡ ਕੀ ਹੋਊਗਾ? ऑड। ठीक है? वियर्ड, बड़े खतरनाक ਜਿਹੇ ਹੁੰਦੇ ਆ। डिफरेंट,
डिफरेंट जे भी हुंदे हैं बट असी फॉर्मूलाज याद करते हैं क्वांट दे करते हैं स्ट्रेंज हुंदे हैं साडे वास्ते ठीक है। चलो नेक्स्ट वन सैंगुइन सैंगुइन कहंदे जी संग संग चलोगे संग संग चलोगे संग संग चलोगे तो हमेशा जिंदगी च की रहोगे होपफुल रहोगे आशावादी रहोगे। पैसिमिस्टिक पैसिमिस्टिक का मतलब होता है निराशावादी इनका ऑपोजिट है निराशावादी क्लियर निराशावादी ऑपोजिट हो गया इसका। डेस्पोडेंट का मतलब भी की होता है निराशावादी। नोविस का मतलब की होता है बिगिनर बिगिनर जेड़ा बंदा बिल्कुल स्टार्टिंग करता है किसी गल दी नो सिक्ख्या बोल देंगे नो सिक्ख्या काफी इंपॉर्टेंट वर्ड है अपने आप काफी इंपॉर्टेंट है नोविस नोवाइस बोलो नोविस बोलो मतलब बिगिनर जेड़ा शुरू करता हुंदा जिवें ਅਸੀਂ ਕਹਿੰਦੇ ਆ ਵੀ ਤੁਸੀਂ स्टूडेंट्स हो ਤੁਸੀਂ अपने पेपर ਦੀ ਤਿਆਰੀ शुरू ਕੀਤੀ है ठीक है यू आर नोविस राइट। चलो ओके गाइस नेक्स्ट अगर ਤੁਸੀਂ ਚਾਹੁੰਦੇ ਹੋ पूरी ग्रामर ਦੇ टॉपिक्स कवर करने ठीक है जी ग्रामर ਦਾ कंप्लीट सिलेबस खत्म करना चाਹੁੰਦੇ हो विद MCQs एक टॉपिक ਉਹਦੇ ਨਾਲ 100 ਤੋਂ 150 MCQs टॉपिक बहुत बारी कीते हैं आ टॉपिक पता नहीं हुन तक 10-15 बारी कीता होगा आ टॉपिक पता नहीं 5-7-10 बारी कीता होगा बट की नहीं कीता प्रैक्टिस नहीं कीती। बुक खरीद के ले आने जो क्वेश्चन सॉल्व करने बैठे 15-20 क्वेश्चन सॉल्व कर ले जी 5-7 विचों डाउट्स आ जांदे हुण ओ डाउट्स कौन क्लियर करे डाउट्स किनू पूछिए इनदे वास्ते कोई स्पेशल क्लास लाइए किसी को सो कोई बुक खरीदने की जरूरत नहीं है कुछ करने की जरूरत नहीं है अगर ऐदा दी वोकैबुलरी ऐदा दे सारे ग्रामर दे रूल्स नोट्स लाइक एक बुक पूरा इंग्लिश का सिलेबस मतलब एक बुक तुहानू सारा कुछ चाहिए नाले वोकैबुलरी भी चाहिए है ते नाल नाल तुहानू 50 MCQs भी चाहिए है ता गाइस तुहाडे लई बेस्ट ऑप्शन है ये वाला कोर्स ये वाला बैच परफेक्शन बैच 2.0 शुरू होया है बिल्कुल जीरो तो बिल्कुल बेसिक तो क्लियर ऐप दे ऊपर देख सकते हो तुसी ऐप दे ऊपर दी क्लासेस पई हैं कोर्स शुरू हो चुके हैं पहला टॉपिक हो गया दूसरा टॉपिक चल रहा है क्लियर कोई प्रॉब्लम नहीं इस आऊगी 6 मंथ्स दी वैलिडिटी है 6 महीने का एक कोर्स है भाई ठीक है 6 मंथ्स तक तुसी रहोगे नाल बस तुसी यही लगा लो ये वाला कोर्स मतलब एक बुक मिलेगी तुहानू बुक किदा मिलेगी देखो टॉपिक कर लिया सी खत्म ऑब्जेक्टिव दा ऑब्जेक्टिव दी फिर शीट 1 ऑन दी डिस्कशन क्लास MCQs 20-25 MCQs एक शीट ठीक है शीट 2 ऑन दे 25 दी MCQs फिर उन्हां दी डिस्कशन जरूर मिलूगी एक एक क्वेश्चन में डिस्कस करके स्टूडेंट को अपलोड करके दिन्ने आ मेहनत बहुत लगदी है सानू सपोज करो मैं 100 क्वेश्चन एक टॉपिक दे 100 क्वेश्चन नु एक्सप्लेन करना है एक टॉपिक दे 100 क्वेश्चन 100 MCQs नु मान लो मैंने सॉल्व करवाना है गाइस तो तुसी मेनू कैलकुलेट दसो कि कितना टाइम लग जाएगा मैं कह रही मैं एक टॉपिक दे 100 MCQs देने हैं स्टूडेंट्स नु 100 MCQs एक टॉपिक दे इंग्लिश ग्रामर दे तो टॉपिक देख लो तुसी कितने एक टॉपिक दे 100 MCQs दे डाउट करवाने ने डिस्कशन एक्सप्लेनेशन करनी है तो मेनू कितने मिनट मिनिमम कितने मिनट चाहिए 100 मिनट्स चाहिए 100 मिनट तो पक्के ही है ना ज्यादा चाहे लग जाए क्यों एक क्वेश्चन एक्सप्लेन करते 2 मिनट लग जाते कई बार 3 मिनट भी लग जाते सो देखो एफर्ट कितनी है मेहनत कितनी है बट मेहनत असी करन नु रेडी है तुसी भी रेडी होवो साडे नाल तां ही मजा आऊगा ठीक है ये वाला कोर्स मतलब क्लास ਤਾਂ ਮਿਲੂਗੀ ਟੌਪਿਕ ਦੇ ਜਿਹੜੇ ਟੌਪਿਕ ਦੇ ਦੇਖੋ 20 25 30 ਤੋਂ ਵੱਧ ਰੂਲ ਨਹੀਂ ਹੁੰਦੇ ਕਿਸੇ ਟੌਪਿਕ ਤੇ ਟੌਪਿਕ ਉਹੀ ਰਹਿਣਾ ਹੈ ਬਟ ਫਰਕ ਕਿੱਥੇ ਹੈ ਤੁਹਾਡੇ MCQs ਚ ਐਗਜ਼ਾਮ ओरिएंटेड ਕੰਟੈਂਟ ਸਹੀ ਕੰਟੈਂਟ ਪ੍ਰੈਕਟਿਸ ਕਰ ਰਹੇ ਹੋ ਕਿ ਟਾਈਮ ਵੇਸਟ ਕਰ ਰਹੇ ਹੋ ਇਸ ਕੋਰਸ ਚ ਟੋਟਲ ਸਾਰਾ ਕੁਝ ਤੁਹਾਨੂੰ ਅਵੇਲੇਬਲ ਹੋਊਗਾ ਕਿਸੇ ਚੀਜ਼ ਦੀ ਤੁਹਾਨੂੰ ਲੈਣ ਦੀ ਬਾਹਰੋਂ ਜ਼ਰੂਰਤ ਨਹੀਂ ਹੈ ਜਿਸ ਦਾ ਕੋਸਟ ਪ੍ਰਾਈਸ ਕੀ ਹੈ 499 ਦਾ ਇਹ ਕੋਰਸ ਹੈ ਐਨੇ ਦੀ ਬੁੱਕ ਲਿਆ ਕੇ ਰੱਖ ਲੈਣੇ ਆ इस तो महंगी बुक लेकर रख लेने 2 दिन पढ़ते हैं चौथे दिन हाथ नहीं लाते क्यों डाउट्स आने आ जाते सो एक टॉपिक कवर करना बार-बार टॉपिक क्लासेस लाने कोई बेनिफिट नहीं है प्रैक्टिस करो टीचर दा एक एक क्वेश्चन सॉल्व करवाया होया सुनो फिर ही बेनिफिट मिलूगा ठीक है कोई भी डाउट है कोई भी प्रॉब्लम है गाइस कुछ नहीं करना तुसी सिंपल इस नंबर पे कांटेक्ट करो अगर तुसी ये कोर्स ज्वाइन करना है आने वाले पंजाब दे पेपरां लई ठीक है भाई चुप करके आ जाओ कुछ भी सोचने की जरूरत नहीं है बहुत अच्छा करांगे बहुत अच्छा जिद्दां वोकैबुलरी दी क्लास देखो क्लास ही वर्ड्स ਅਸੀਂ लर्न कर ले हो गए ना थानू
ਸੈਂਗੁइन वर्ड हो गया, तब्बू वर्ड हो गया, कितने वर्ड्स ਇਦਾਂ ਵੋਕੈਬਲਰੀ ਦੇ ਸੈਸ਼ਨ ਉੱਪਰ ਵੀ ਅਸੀਂ ਪੂਰਾ ਕੰਮ ਕਰਾਂਗੇ। ਇਹ ਸਾਰਾ ਕੁਝ ਨਾਲ ਨਾਲ ਚੱਲੀ ਜਾਏਗਾ। ਬਹੁਤ ਸਾਰੇ ਸੈਸ਼ਨ 6 ਕਲਾसेस ਹੋ ਚੁੱਕੀਆਂ ਹੈ, ਇਦਾਂ ਹੀ ਆਪਾਂ ਹੋਰ ਕਲਾसेस ਦੇ ਨਾਲ ਉੱਪਰ ਕੰਮ ਕਰਕੇ ਵੋਕੈਬਲਰੀ ਕਰਾਂਗੇ। ਕਲੀਅਰ? ਸੋ ਮੌਕ ਟੈਸਟ ਲਗਾਵਾਂਗੇ, ਜਿੰਨੇ ਵੀ ਹੁਣ ਐਗਜ਼ਾਮਸ ਆਣਗੇ ਉਹਨਾਂ ਦੇ ਰਿਲੇਟਡ ਇਹਨਾਂ ਚ ਮੌਕਸ ਵੀ ਤੁਹਾਨੂੰ ਮੈਂ खुद लगवाऊंगी। ठीक है गाइस? तो चलो, अगर कोई भी किसी तरह की प्रॉब्लम है, कोई भी डाउट है इंग्लिश के रिलेटेड, इस नंबर पे व्हाट्सएप करो। अगर तुम ये कोर्स ज्वाइन करना चाहते हो, इस नंबर पे व्हाट्सएप करो। इस नंबर ਨੂੰ ਹੁਣੇ ਸੇਵ ਕਰੋ, ਸੋਨੀਆ ਅਰੋੜਾ ਦੇ ਨਾਮ ਤੇ, ਸੋਨੀਆ ਅਰੋੜਾ ਮੈਮ ਦੇ ਨਾਮ ਤੇ ਸੇਵ ਕਰ ਲਓ। फालतू कांटेक्ट लेके बहुत घूमते अपने फोन च, ये इंपॉर्टेंट वर्ड है। क्लियर? इन्हों सेव कर लो मेरे नाम पे, चाहे इंग्लिश विद सोनिया अरोड़ा नाम पे सेव कर लो। ठीक है? तब इनते ते कॉल कर लो, इनते ते व्हाट्सएप कर लो। क्लियर? चलो, मारना खाना इंग्लिश करके सोचो, पेपर नहीं रुकना चाहिए। 15 नंबर दी तो 12 तो 13 की गारंटी मैं दी है। क्लियर? चलो, मिलते हैं सारे नेक्स्ट सेशन। बाय बाय, टेक केयर।